ਇਹ ਸਿੱਖ ਜਗਤ ਦੇ ਜਿੰਨੇ ਵੀ ਗੁਰਧਾਮ ਨੇ ਭਗਤੀ ਦਾ ਕੇਂਦਰ ਨੇ, ਜਿਹੜੇ ਤਖਤ ਨੇ ਉਹ ਸ਼ਕਤੀ ਦਾ ਕੇਂਦਰ ਨੇ। ਅਬ ਸਿੱਖ ਜਗਤ ਪਹਿਲਾਂ ਫਕੀਰੀ ਵਿੱਚ ਹੀ ਵਿਚਰਦਾ ਹੈ, ਜਦੋਂ ਸਿਰੋਂ ਪਾਣੀ ਲੰਘ ਜਾਂਦਾ ਹੈ, ਜਦੋਂ ਹੁਕਮਰਾਨ ਨਿਰਮਾਣਤਾ ਨੂੰ ਨਹੀਂ ਸਮਝਦੇ ਫਿਰ ਤਲਵਾਰ ਉਠਾਉਣੀ ਪੈਂਦੀ ਹੈ। ਸੋ ਉਸ ਸ਼ਕਤੀ ਦਾ ਕੇਂਦਰ ਇਹ ਤਖਤ ਨੇ। ਪੰਜਾਂ ਤਖਤਾਂ ਦੀ ਬੜੀ ਮਹਾਨਤਾ ਹੈ ਸਿੱਖ ਜਗਤ ਅੰਦਰ, ਇਹ ਸ਼ਕਤੀ ਦਾ ਕੇਂਦਰ ਨੇ। ਦਾ ਇਤਿਹਾਸ ਪੜ੍ਹੋ, ਹੁਕਮਰਾਨ ਤਖਤ ਤੇ ਬਹਿ ਕੇ ਨਾ ਪ੍ਰਜਾ ਨੂੰ ਕੀੜਾ ਮਕੌੜਾ ਸਮਝਣ ਲੱਗ ਪੈਂਦੇ ਨੇ। ਇਸੇ ਤਰ੍ਹਾਂ ਹੀ ਭਾਰਤ ਵਿੱਚ ਹੋ ਰਿਹਾ ਹੈ। ਨੂੰ ਉਜਾੜਨਾ ਚਾਹੁੰਦੇ ਨੇ ਇਹ ਜਿਹੜੇ ਸੁਖੀ ਸਾਂਦੀ ਕਿਸਾਨ ਵੱਸਦੇ ਨੇ, ਇਹਨਾਂ ਦੀਆਂ ਜਾਇਦਾਦਾਂ ਕਾਨੂੰਨਾਂ ਦੇ ਰਾਹੀਂ ਲੁੱਟ ਖਸੁੱਟ ਕਰਕੇ ਹੁਕਮਰਾਨਾਂ ਨੂੰ, ਪੂੰਜੀਪਤੀਆਂ ਨੂੰ ਦੇਣਾ ਚਾਹੁੰਦੇ ਨੇ। ਜੋ ਪੰਜਾਬ ਦਾ ਕਿਸਾਨ ਹੋਣ ਨਹੀਂ ਦੇਵੇਗਾ। ਆਹ ਦੀ ਆਵਾਜ਼ ਹੈ, ਹਾਂ ਦਾ ਨਾਰਾ ਹੈ, ਇਹ ਗੁਰਧਾਮਾਂ ਤੋਂ ਤੇ ਲੱਗ ਹੀ ਰਿਹਾ ਹੈ। ਔਰ ਤਖਤਾਂ ਤੋਂ ਸ਼ਕਤੀ ਲੈ ਕੇ ਸਿਜਦੇ ਕਰਕੇ ਕਿਸਾਨ ਉੱਥੇ ਪਹੁੰਚ ਰਹੇ ਨੇ। ਮਹਾਰਾਜ ਕਿਰਪਾ ਕਰਨ, ਕਿਸਾਨਾਂ ਦੀ ਜਿੱਤ ਹੋਵੇ। ਤਖ਼ਤ ਸ੍ਰੀ ਪਟਨਾ ਸਾਹਿਬ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 354ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ, ਇੱਥੇ ਧਾਰਮਿਕ ਸ਼ਖਸੀਅਤਾਂ ਮੌਜੂਦ ਨੇ। ਪੰਥ ਦੇ ਪ੍ਰਸਿੱਧ ਪ੍ਰਚਾਰਕ ਬਾਬਾ ਬੰਤਾ ਸਿੰਘ ਜੀ ਇੱਥੇ ਪਹੁੰਚੇ ਹੋਏ ਨੇ। ਗੱਲਬਾਤ ਕਰਦੇ ਹਾਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਬਾਰੇ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ। ਸਭ ਤੋਂ ਪਹਿਲਾਂ ਤਾਂ ਸਮੂਹ ਸੰਗਤਾਂ ਨੂੰ ਸਾਡੇ ਵੱਲੋਂ ਵੀ ਵਧਾਈਆਂ। ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਦੇਸ਼ਾਂ ਦੇਸ਼ਾਂਤਰਾਂ ਵਿੱਚ ਮਨੁੱਖਤਾ ਵੱਲੋਂ ਮਨਾਇਆ ਜਾ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬਾਬਤ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਪਾਕ ਬੋਲ ਨੇ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਮਹਾਨ ਬੁਲੰਦ ਹਸਤੀ ਸਨ ਪਾਤਸ਼ਾਹ। ਭਾਰਤ ਵਰਸ਼ ਦੀ ਰੂਹੇ ਜ਼ਮੀਨ ਨੂੰ ਆਜ਼ਾਦ ਕਰਵਾਇਆ, ਮਜ਼ਲੂਮ ਦੀ ਰੱਖਿਆ ਕੀਤੀ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅੱਜ ਪਾਕ ਜਿੱਥੇ ਆਗਾਜ਼ ਹੋਇਆ, ਜਿੱਥੇ ਪ੍ਰਕਾਸ਼ ਹੋਇਆ, ਉਸ ਉਹਦੀ 7ਵੀਂ 1723 ਵਿਕਰਮੀ ਸੰਮਤ ਨੂੰ ਪਟਨੇ ਦੀ ਧਰਤੀ ਦੇ ਉੱਪਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਵੀ ਪ੍ਰਬੰਧਕ ਜਨਾਂ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਇੱਥੇ ਪ੍ਰਕਾਸ਼ ਦਿਹਾੜਾ ਮਹਾਰਾਜ ਦਾ ਮਨਾਇਆ ਜਾ ਰਿਹਾ ਹੈ। ਬੜੇ ਦੂਰੋਂ ਦੂਰੋਂ ਚੱਲ ਕੇ ਇੱਥੇ ਸੰਗਤਾਂ ਪਹੁੰਚੀਆਂ ਹੋਈਆਂ ਨੇ। ਸੋ ਐਸੇ ਮਨੁੱਖਤਾ ਦੇ ਰਹਿਬਰ, ਸਮੁੱਚੀ ਮਨੁੱਖਤਾ ਦਾ ਭਲਾ ਕਰਨ ਵਾਲੇ, ਮਜ਼ਲੂਮ ਦੀ ਜਿਨ੍ਹਾਂ ਨੇ ਰੱਖਿਆ ਕੀਤੀ, ਇੱਥੇ ਜੰਜੂ ਦੀ ਰੱਖਿਆ ਲਈ, ਇਨਸਾਨੀਅਤ ਦੀ ਰੱਖਿਆ ਲਈ ਆਪਣੇ ਪਿਤਾ ਨੂੰ ਵਾਰਿਆ, ਧਰਮ ਨੂੰ ਸੁਰਜੀਤ ਰੱਖਣ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੰਸ ਤੱਕ ਕੁਰਬਾਨ ਕੀਤਾ, ਵੱਡੀਆਂ ਕੁਰਬਾਨੀਆਂ ਕੀਤੀਆਂ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅੱਜ ਅਸੀਂ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹਾਂ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਇਹ ਪੰਜਾਂ ਤਖਤਾਂ ਦੇ ਵਿੱਚੋਂ ਇੱਕ ਤਖਤ ਵੀ ਹੈ। ਤਖਤ ਦੀ ਕੀ ਮਹਾਨਤਾ ਹੈ ਸਿੱਖ ਪੰਥ ਦੇ ਵਿੱਚ? ਦੇਖੋ ਜੀ, ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤੱਕ ਇਹ ਜਿਹੜੀ ਗੁਰੂ ਨਾਨਕ ਦੇ ਘਰ ਦੀ ਅਜ਼ਮਤ ਹੈ। ਗੁਰੂ ਮਹਾਰਾਜ ਫਕੀਰੀ 'ਚ ਵਿਚਰੇ ਨੇ ਔਰ ਬਾਬਰ ਵਰਗੇ ਜ਼ੁਲਮ ਕਰਨ ਵਾਲਿਆਂ ਨੂੰ ਜਾਬਰ ਕਿਹਾ ਗੁਰੂ ਨਾਨਕ ਸਾਹਿਬ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਵੀ ਜਹਾਂਗੀਰ ਵਰਗਿਆਂ ਨੂੰ ਜ਼ੁਲਮੋ ਸਤਮ ਢਾਉਣ ਤੋਂ ਰੋਕਿਆ ਸੀ, ਪਰ ਉਲਟਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਜਿੱਥੇ ਸ੍ਰੀ ਹਰਿਮੰਦਰ ਸਾਹਿਬ ਭਗਤੀ ਦੇ ਕੇਂਦਰ ਨੇ, ਉੱਥੇ ਚਰਨਾਂ ਵੱਲ ਹੀ ਸ਼ਕਤੀ ਦਾ ਕੇਂਦਰ ਅਕਾਲ ਤਖਤ ਸਾਹਿਬ ਸਥਾਪਿਤ ਕਰਨਾ ਪਿਆ। ਇਹ ਸਿੱਖ ਜਗਤ ਦੇ ਜਿੰਨੇ ਵੀ ਗੁਰਧਾਮ ਨੇ ਭਗਤੀ ਦਾ ਕੇਂਦਰ ਨੇ, ਜਿਹੜੇ ਤਖਤ ਨੇ ਉਹ ਸ਼ਕਤੀ ਦਾ ਕੇਂਦਰ ਨੇ। ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਸਿੱਖ ਜਗਤ ਦੇ ਅੰਦਰ ਰਾਜਸੀ ਸੱਤਾ ਵਿੱਚ ਰਹਿਣਾ ਔਰ ਹਲੇਮੀ ਰਾਜ ਕਰਨਾ। ਬੇਗਮਪੁਰਾ ਸ਼ਹਿਰ ਕੋ ਨਾਓ, ਜਿੱਥੇ ਮਨੁੱਖਤਾ ਦੇ ਨਾਲ ਇੱਕੋ ਜਿਹਾ ਵਿਵਹਾਰ ਹੋਵੇ, ਜਿਵੇਂ ਰਾਜਾ ਰਣਜੀਤ ਸਿੰਘ ਦਾ ਰਾਜ ਸੀ, ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀ, ਜਾਂ 12 ਮਿਸਲਾਂ ਦਾ ਰਾਜ ਸੀ। ਭਾਈ ਸਾਹਿਬ, ਨਾਲ ਆਪਾਂ ਗੱਲਬਾਤ ਕਰਦੇ ਹਾਂ, ਨਾਲ ਸੰਗਤਾਂ ਨੂੰ ਤਖਤ ਸਾਹਿਬ ਦੇ ਦਰਸ਼ਨ ਵੀ ਕਰਾਉਂਦੇ ਹਾਂ। ਇਹ ਜਿਹੜਾ ਤਖਤ ਸਾਹਿਬ ਹੈ, ਤਖਤ ਸ੍ਰੀ ਹਰਿਮੰਦਰ ਜੀ ਪਟਨਾ, ਜੇਕਰ ਇਸ ਦੀ ਗੱਲ ਕਰੀਏ, ਇਹ ਕਦੋਂ ਹੋਂਦ ਵਿੱਚ ਆਇਆ? ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 5 ਤਖਤ ਨੇ, ਸਭ ਤੋਂ ਸਰਬੋਤਮ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ। ਇਹ ਤਖਤ ਕਿੰਨਵਾਂ ਤਖਤ ਹੈ ਤੇ ਕਦੋਂ ਹੋਂਦ ਵਿੱਚ ਆਇਆ, ਕਿਵੇਂ ਹੋਂਦ ਵਿੱਚ ਆਇਆ? ਦੇਖੋ ਜੀ, 5 ਤਖਤ ਨੇ। ਪੰਜਾਂ ਚੋਂ ਜਿਹੜਾ ਪਹਿਲਾ ਤਖਤ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੋਂਦ ਵਿੱਚ ਲਿਆਂਦਾ, ਕਿਉਂਕਿ ਪ੍ਰੇਮ ਦੀ ਪਰਿਭਾਸ਼ਾ ਨੂੰ ਮੁਗਲੀਆ ਸਲਤਨਤ ਨਹੀਂ ਸੀ ਸਮਝ ਲਈ। ਮਜਬੂਰਨ ਤਲਵਾਰ ਮਹਾਰਾਜ ਨੂੰ ਉਠਾਉਣੀ ਪਈ ਮਜ਼ਲੂਮ ਦੀ ਰੱਖਿਆ ਲਈ। ਸ਼ਾਹਜਹਾਂ ਦੇ ਨਾਲ 4 ਜੰਗਾਂ ਲੜੀਆਂ, 4 ਜੰਗਾਂ ਹੀ ਜਿੱਤੀਆਂ। ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 14 ਜੰਗਾਂ ਲੜੀਆਂ।
ਮਜ਼ਲੂਮ ਦੇ ਲਈ, ਇਨਸਾਨੀਅਤ ਦੇ ਲਈ, ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ 14 ਹੀ ਜੰਗਾਂ ਜਿੱਤੀਆਂ। ਭਾਵ ਸਿੱਖ ਜਗਤ ਪਹਿਲਾਂ ਫਕੀਰੀ ਵਿੱਚ ਹੀ ਵਿਚਰਦਾ ਹੈ, ਜਦੋਂ ਸਿਰੋਂ ਪਾਣੀ ਲੰਘ ਜਾਂਦਾ ਹੈ, ਜਦੋਂ ਹੁਕਮਰਾਨ ਨਿਰਮਾਣਤਾ ਨੂੰ ਨਹੀਂ ਸਮਝਦੇ, ਫਿਰ ਤਲਵਾਰ ਉਠਾਉਣੀ ਪੈਂਦੀ ਹੈ। ਸੋ ਉਸ ਸ਼ਕਤੀ ਦਾ ਕੇਂਦਰ ਇਹ ਤਖਤ ਨੇ। ਅਕਾਲ ਤਖਤ ਸਾਹਿਬ ਤੋਂ ਬਾਅਦ ਦੂਸਰੇ ਤਖਤ ਸਾਡੇ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੇ, ਫਿਰ ਕੇਸਗੜ੍ਹ ਸਾਹਿਬ ਹੈ। ਇਸੇ ਤਰ੍ਹਾਂ ਹੀ ਮਹਾਰਾਜ ਦਾ ਪਾਕ ਤਖਤ ਦਮਦਮਾ ਸਾਹਿਬ ਹੈ। ਫਿਰ ਅਖੀਰ ਤੇ ਪਾਤਸ਼ਾਹ ਹਜੂਰ ਸਾਹਿਬ ਜਦੋਂ ਆਪਣਾ ਪੰਜਭੂਤਕ ਸਰੀਰ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਗਿਆ, ਉਹ ਵੀ ਖਾਲਸੇ ਦਾ ਤਖਤ ਹੈ। ਇਸ ਤਰ੍ਹਾਂ ਪੰਜਾਂ ਤਖਤਾਂ ਦੀ ਬੜੀ ਮਹਾਨਤਾ ਹੈ ਸਿੱਖ ਜਗਤ ਅੰਦਰ, ਇਹ ਸ਼ਕਤੀ ਦਾ ਕੇਂਦਰ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੇਕਰ ਗੱਲ ਕਰੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੇਕਰ ਕੋਈ ਕਵੀ ਆਪਣੀ ਨਜ਼ਰ ਨਾਲ ਦੇਖਦਾ ਹੈ, ਉਹ ਕਹਿੰਦਾ ਹੈ ਉਹ ਸਰਵੋਤਮ ਕਵੀ ਸਨ। ਜੇਕਰ ਕੋਈ ਉਹਨਾਂ ਨੂੰ ਜਰਨੈਲ ਦੇ ਰੂਪ ਦੇ ਵਿੱਚ ਦੇਖਦਾ ਹੈ, ਉਹ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਜਰਨੈਲ ਨਹੀਂ ਹੋਇਆ। ਆਖਰ ਉਹ ਕਿਹੜੀਆਂ ਗੱਲਾਂ ਸਨ ਜਿਹੜੀਆਂ ਸਭ ਨੂੰ ਪ੍ਰਭਾਵਿਤ ਕਰਦੀਆਂ ਨੇ? ਅਸੀਂ ਤਾਂ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਹਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਪਿਤਾ ਮੰਨਦੇ ਹੀ ਹਾਂ, ਧੰਨ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਧਾਰਮਿਕ ਪਿਤਾ ਤੇ ਮਾਤਾ ਸਾਹਿਬ ਕੌਰ ਨੂੰ ਆਪਣੀ ਮਾਤਾ ਮੰਨਦੇ ਹਾਂ। ਪਰ ਦੂਸਰੇ ਲੋਕ ਜਿਹੜੇ ਸਿੱਖ ਪੰਥ ਬਾਰੇ ਨਹੀਂ ਜਾਣਦੇ, ਜੇਕਰ ਉਹਨਾਂ ਬਾਰੇ ਗੱਲ ਕਰੀਏ, ਉਹ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਬਾਰੇ ਪੜ੍ਹਦੇ ਨੇ ਤਾਂ ਪ੍ਰਭਾਵਿਤ ਹੁੰਦੇ ਨੇ। ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ ਨੇ? ਦੇਖੋ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਰਹਿਬਰ ਹੋਏ ਨੇ, ਜਗਤ ਗੁਰੂ ਉਹਨਾਂ ਨੂੰ ਇਸ ਲਈ ਆਖਿਆ ਜਾਂਦਾ ਕਿਉਂਕਿ ਦੁਨੀਆ ਦੇ ਹਰ ਕਵੀ ਨੇ ਜਦੋਂ ਵੀ ਕਲਮ ਚੁੱਕੀ ਹੈ, ਗੁਰੂ ਪਾਤਸ਼ਾਹ ਜੀ ਦੀ ਵਡਿਆਈ ਬੜੀ ਅਗੰਮੀ ਬਿਆਨ ਕੀਤੀ ਹੈ। ਤੁਸੀਂ ਦੇਖੋ, ਇੱਕ ਧਰਮ ਦਾ ਜਿਹੜਾ ਰਹਿਬਰ ਹੁੰਦਾ ਹੈ, ਦੂਸਰੇ ਧਰਮ ਦੇ ਜਿਹੜੇ ਲੋਕ ਨੇ ਉਹਦੀ ਵਡਿਆਈ ਵਿੱਚ ਕਲਮ ਨਹੀਂ ਚਲਾਉਂਦੇ, ਚਾਹੇ ਕੋਈ ਵੀ ਧਰਮ ਹੈ। ਗੁਰੂ ਗੋਬਿੰਦ ਸਿੰਘ ਇਕਲੌਤੇ ਐਸੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦੀ ਸ਼ਾਨ ਵਿੱਚ ਪੰਜ ਵਕਤ ਦੇ ਨਿਮਾਜੀ ਸ਼ਾਹ ਮੁਹੰਮਦ ਲਤੀਫ ਨੇ ਵੀ ਲਿਖਿਆ ਹੈ, ਅੱਲਾ ਯਾਰ ਖਾਨ ਨੇ ਵੀ ਲਿਖਿਆ ਹੈ, ਬੜੇ ਬੜੇ ਅੰਗਰੇਜ਼ ਕਵੀਆਂ ਨੇ ਵੀ ਲਿਖਿਆ ਹੈ, ਸਿੱਖ ਜਗਤ ਦੇ ਕਵੀਆਂ ਨੇ ਵੀ ਲਿਖਿਆ ਹੈ। ਔਰ ਦੂਸਰਾ ਸਨਾਤਨ ਮਤ ਦੇ ਜਿਹੜੇ ਕਵੀ ਹੋਏ ਨੇ, ਲਾਲਾ ਦੌਲਤ ਰਾਏ ਜੀ ਵਰਗਿਆਂ ਨੇ ਵੀ ਲਿਖਿਆ ਹੈ। ਇਹ ਜਿਹੜੇ ਤੁਹਾਡੇ ਬੋਲ ਨੇ ਵੀ ਉਹਨਾਂ ਵਰਗਾ ਕੋਈ ਕਵੀ ਨਹੀਂ, ਉਹਨਾਂ ਵਰਗਾ ਕੋਈ ਜਰਨੈਲ ਨਹੀਂ, ਕੋਈ ਬਾਦਸ਼ਾਹ ਨਹੀਂ, ਕੋਈ ਫਕੀਰ ਨਹੀਂ। ਇਹ ਸ਼ਾਹ ਮੁਹੰਮਦ ਲਤੀਫ ਜਦੋਂ ਮਹਾਰਾਜ ਬਾਬਤ ਲਿਖਣ ਲੱਗਾ, ਕਹਿੰਦਾ ਮੈਂ ਪਹਿਲਾਂ ਲਿਖਣ ਲੱਗਾ ਤੇ ਸੋਚਿਆ ਉਹ ਜਮਨਾ ਦੇ ਕੰਢੇ, ਉਹ ਸਤਲੁਜ ਦੇ ਕੰਢੇ ਕਲਮ ਲੈ ਕੇ ਬੈਠੇ ਨੇ, ਕੋਈ ਕਵੀ ਪਏ ਜਾਪਦੇ ਨੇ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਮ ਬਾਣੀ ਵਿੱਚ ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ, ਪੰਜਾਬੀ, ਗੁਰਮੁਖੀ, ਹਿੰਦੀ ਬੇਅੰਤ ਭਾਸ਼ਾਵਾਂ ਨੇ। ਕੋਈ ਵੀ ਕਵੀ ਹੈ ਉਹਨੂੰ ਇੱਕ ਲੈਂਗੁਏਜ ਦੇ ਵਿੱਚ ਕਾਵ ਰਚਨਾ ਕਰਨ ਦਾ ਜਿਹੜਾ ਵਾਰ ਹੈ ਅਕਾਲ ਪੁਰਖ ਵੱਲੋਂ ਹੁੰਦਾ ਹੈ। ਤੁਸੀਂ ਆਮ ਹੀ ਦੇਖੋਗੇ ਬੇਅੰਤ ਭਾਸ਼ਾਵਾਂ ਦੇ ਵਿੱਚ ਰਚਨਾ ਕਰਨੀ ਇਹ ਕਵੀਆਂ ਦੇ ਵੱਸ ਵਿੱਚ ਨਹੀਂ, ਇਹ ਇਕੱਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰ ਸਕੇ ਨੇ। ਦੂਸਰਾ ਕਹਿੰਦਾ ਮੈਂ ਦੇਖਦਾ ਉਸੇ ਹੱਥ ਵਿੱਚ ਤਲਵਾਰ ਫੜੀ ਹੈ, ਭੰਗਾਣੀ ਦਾ ਯੁੱਧ ਲੜ ਰਹੇ ਨੇ। ਹੁਣ ਜੇ ਤੁਸੀਂ ਦੁਨੀਆ ਦੇ ਕਵੀ ਵੇਖੋਗੇ, ਉਹ ਬੜੇ ਸ਼ਾਂਤ ਚਿੱਤ ਹੁੰਦੇ ਨੇ, ਉਹ ਇਕਾਂਤ ਲੱਭ ਕੇ ਕਵਿਤਾ ਲਿਖਦੇ ਨੇ, ਉਹ ਤਲਵਾਰ ਲੈ ਕੇ ਜੰਗ ਨਹੀਂ ਲੜ ਸਕਦੇ। ਪਰ ਗੁਰੂ ਗੋਬਿੰਦ ਸਿੰਘ ਦੀ ਕਲਮ ਜਿੰਨੀ ਰਫ਼ਤਾਰ ਨਾਲ ਚੱਲਦੀ ਹੈ, ਉਨੀ ਰਫ਼ਤਾਰ ਨਾਲ ਉਹਨਾਂ ਦੀ ਤਲਵਾਰ ਚੱਲਦੀ ਹੈ, ਜਿਸ ਨੂੰ ਬਿਆਨ ਅੱਲਾ ਯਾਰ ਖਾਨ ਨੇ ਵੀ ਕੀਤਾ ਹੈ। सतगुरों ने राजपूतों के शक्के छुड़ा दिए, मुगलों के वलवले थे वो भी मिटा दिए, कुश्तों की आन में पुश्ते लगा दिए, गुरु गोबिंद ने तेग के जौहर दिखा दिए। ਭਾਵ ਮੁਸਲਮਾਨ ਕਵੀਆਂ ਵੀ ਉਹਦੀ ਤਲਵਾਰ ਦੀ ਧਾਰ ਬਿਆਨ ਕੀਤੀ ਹੈ। ਕਹਿੰਦੇ ਫਿਰ ਮੈਂ ਦੇਖਦਾ ਉਹ ਰਹਿਨੁਮਾ ਬਣ ਕੇ ਤਖਤ ਤੇ ਬਹਿੰਦਾ ਹੈ, ਸਿੱਖਾਂ ਨੂੰ ਉਪਦੇਸ਼ ਦੇ ਰਿਹਾ ਹੈ, ਗੁਰਸਾਖੀ ਜੋਤ ਪ੍ਰਗਟ ਹੋਏ, ਅਕਾਲ ਪੁਰਖ ਦੀ ਪ੍ਰਾਪਤੀ ਦਾ ਉਹ ਰਸਤਾ ਦੱਸਦੇ ਨੇ, ਪ੍ਰਾਪਤੀ ਕਰਵਾਉਂਦੇ ਨੇ, ਮੁਕਤੀ ਬਖਸ਼ਦੇ ਨੇ ਸਿੱਖਾਂ ਨੂੰ। ਕਹਿੰਦਾ ਫਿਰ ਮੈਂ ਚੌਥਾ ਪੱਖ ਵੇਖਦਾ, ਉਹ ਤਖਤ ਤੇ ਬੈਠਾ ਝੋਲੀਆਂ ਭਰ ਰਿਹਾ ਹੈ, ਮੈਨੂੰ ਕੋਈ ਬਾਦਸ਼ਾਹ ਪ੍ਰਤੀਕ ਹੋਇਆ। ਅਹੀਰ ਵਰਗੇ ਕਵੀਆਂ ਨੂੰ ਸੋਨੇ ਦੀਆਂ ਮੋਹਰਾਂ ਦੇ ਥੈਲੇ ਭਰ ਭਰ ਵੰਡੀ ਜਾ ਰਹੇ ਨੇ। ਜਿਵੇਂ ਬਾਣੀ ਦਾ ਫਰਮਾਨ ਹੈ ਨਾ, ਜੋ ਸਰਣੇ ਆਵੈ ਤਿਸ ਕੰਠ ਲਾਵੈ ਹੋ ਬਿਰਧ ਸੁਆਮੀ ਸੰਦਾ। ਉਹ ਪੰਜਵਾਂ ਪੱਖ ਵੇਖਦਾ ਹੈ, ਕਹਿੰਦਾ ਉਹ ਬੜੇ ਠੰਡੇ ਸੁਭਾਅ ਦੇ ਫਕੀਰ ਨੇ, ਨਿਰਮਾਣ ਨੇ, ਜਿਹੜਾ ਵੀ ਸ਼ਰਨ ਆਉਂਦਾ ਹੈ ਸੀਨੇ ਨਾਲ ਲਾਉਂਦੇ ਨੇ, ਪ੍ਰੇਮ ਕਰਦੇ ਨੇ। ਜਿੱਥੇ ਦਾਤੇ ਹੋ ਕੇ ਅੰਮ੍ਰਿਤ ਵੰਡ ਰਹੇ ਸਨ, ਉੱਥੇ ਹੱਥ ਜੋੜ ਕੇ ਵੀਰ ਆਸਨ ਲਾ ਕੇ ਫਕੀਰ ਬਣ ਕੇ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਮੰਗ ਰਹੇ ਨੇ। ਕਹਿੰਦਾ ਮੈਂ ਉਹਨਾਂ ਦੀ ਸ਼ਖਸੀਅਤ ਨੂੰ ਬਿਆਨ ਕਰਾਂ, ਇਹ ਕਲਮ ਦੀ ਤਾਕਤ ਨਹੀਂ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਇੱਕ ਤੋਂ ਅਨੇਕ ਨੇ। ਬਿਲਕੁਲ, ਉਹਨਾਂ ਦੇ ਵੱਖ-ਵੱਖ ਜੀਵਨ ਦੇ ਪੱਖ ਨੇ। ਜਿਵੇਂ ਕਿਸੇ ਵਿਦਵਾਨ ਨੇ ਕਿਹਾ ਹੈ ਕਿ ਉਹਨਾਂ ਦੇ ਸਰਬਪੱਖੀ ਜੀਵਨ ਨੂੰ ਸਮਝਣ ਦੇ ਲਈ ਸਾਨੂੰ ਸੋਚਾਂ ਦੇ ਤੇਜ਼ ਤਰਾਰ ਘੋੜੇ ਉੱਤੇ ਸਵਾਰ ਹੋਣਾ ਪਏਗਾ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੇਕਰ ਹੱਥ ਦੇ ਵਿੱਚ ਕਲਮ ਫੜਦੇ ਨੇ, ਉੱਚ ਕੋਟੀ ਦਾ ਸਾਹਿਤ ਬਾਣੀ ਰਚਦੇ ਨੇ, ਜੇਕਰ ਉਸੇ ਹੱਥ ਦੇ ਵਿੱਚ ਕਿਰਪਾਨ ਫੜਦੇ ਨੇ ਤੇ ਮੈਦਾਨੇ ਜੰਗ ਦੇ ਵਿੱਚ ਜ਼ਾਲਮਾਂ ਦੇ ਆਹੂ ਵੀ ਲਾਉਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮੇਂ-ਸਮੇਂ ਤੇ ਗਰੀਬਾਂ ਦੀ ਰੱਖਿਆ ਕੀਤੀ, ਮੁਲਜ਼ਮਾਂ ਦੀ ਰੱਖਿਆ ਕੀਤੀ, ਜਿਹੜੇ ਲੋਕ ਲਤਾੜੇ ਹੋਏ ਸਨ ਉਹਨਾਂ ਨੂੰ ਉੱਪਰ ਉਠਾਇਆ। ਪਰ ਅੱਜ ਜੇਕਰ ਗੱਲ ਕਰੀਏ, ਅੱਜ ਇਹ ਤਖਤ ਸਾਹਿਬ ਹੈ ਜਿੱਥੇ ਅਸੀਂ ਖੜੇ ਹੋਏ ਹਾਂ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ, ਇੱਥੋਂ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਜਿੰਨੀਆਂ ਵੀ ਧਾਰਮਿਕ ਸ਼ਖਸੀਅਤਾਂ ਆ ਰਹੀਆਂ ਨੇ ਉਹ ਕਿਸਾਨਾਂ ਦੇ ਧਰਨਿਆਂ ਬਾਰੇ ਗੱਲ ਕਰ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ ਕਿਸਾਨਾਂ ਦੇ ਉੱਪਰ ਸਮੇਂ ਦੀ ਸਰਕਾਰ ਦੇ ਵੱਲੋਂ ਜ਼ੁਲਮ ਢਾਇਆ ਜਾ ਰਿਹਾ ਹੈ। ਇਸ ਕਰਕੇ ਇਹ ਤਖਤ ਉਹੀ ਤਖਤ ਹੈ ਜਿੱਥੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਤੁਹਾਨੂੰ ਕੀ ਨਜ਼ਰ ਆਉਂਦਾ ਹੈ? ਕੀ ਲੱਗਦਾ ਹੈ ਕਿ ਜਿਹੜਾ ਹੁਣ ਇਹ ਕਿਸਾਨਾਂ ਦੇ ਉੱਪਰ ਹੋ ਰਿਹਾ ਹੈ, ਇਹ ਕੀ ਹੋ ਰਿਹਾ? ਦੇਖੋ ਜੀ, ਡੈਮੋਕ੍ਰੇਸੀ ਦੇ ਵਿੱਚ ਇਹ ਆਪਾਂ ਜਾਣਦੇ ਹਾਂ ਵੀ ਲੋਕ ਸਰਕਾਰ ਬਣਾਉਂਦੇ ਨੇ ਆਪਣੇ ਭਲੇ ਦੇ ਲਈ, ਔਰ ਸਰਕਾਰ ਜਿਹੜੇ ਕਾਨੂੰਨ ਬਣਾਉਂਦੀ ਹੈ ਲੋਕ ਭਲਾਈ ਲਈ ਬਣਾਉਂਦੀ ਹੈ। ਪਰ ਇਹ ਤਖਤ ਦਾ ਨਸ਼ਾ ਐਸਾ ਹੈ, ਤੁਸੀਂ ਕਿਸੇ ਵੀ ਦੇਸ਼ ਦਾ ਇਤਿਹਾਸ ਪੜ੍ਹੋ, ਹੁਕਮਰਾਨ ਤਖਤ ਤੇ ਬਹਿ ਕੇ ਨਾ ਪ੍ਰਜਾ ਨੂੰ ਕੀੜਾ ਮਕੌੜਾ ਸਮਝਣ ਲੱਗ ਪੈਂਦੇ ਨੇ। ਇਸੇ ਤਰ੍ਹਾਂ ਹੀ ਭਾਰਤ ਵਿੱਚ ਹੋ ਰਿਹਾ ਹੈ। ਜਦੋਂ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਤੁਸੀਂ ਇੱਕ ਕਾਨੂੰਨ ਬਣਾਇਆ, ਉਹ ਵੀ ਧੱਕੋ ਜ਼ੋਰੀ ਲਾਗੂ ਕੀਤਾ ਹੈ ਪਾਰਲੀਮੈਂਟ ਦੇ ਵਿੱਚ। ਔਰ ਜਿਨ੍ਹਾਂ ਲਈ ਕਾਨੂੰਨ ਬਣਾਇਆ, ਜਦੋਂ ਕਿਸਾਨ ਵੀਰਾਂ ਨੂੰ ਇਹ ਕਾਨੂੰਨ ਭਾ ਨਹੀਂ ਰਿਹਾ, ਉਹ ਜਾਣਦੇ ਨੇ। ਬਿਹਾਰ ਦੇ ਵਿੱਚ ਇਹ ਕਾਨੂੰਨ ਲਾਗੂ ਹੋਇਆ ਸੀ, ਉੱਤਰ ਪ੍ਰਦੇਸ਼ ਵਿੱਚ ਲਾਗੂ ਹੋਇਆ ਸੀ। ਉਹਨਾਂ ਕਿਸਾਨਾਂ ਦੇ ਇੰਨੇ ਹਾਲਾਤ ਮਾੜੇ ਨੇ, 5-5 10-10 ਏਕੜ ਦੇ ਮਾਲਕ ਪੰਜਾਬ ਵਿੱਚ ਜਾ ਕੇ ਲੇਬਰ ਕਰਕੇ ਝੋਨਾ ਲਾਉਂਦੇ ਨੇ। ਜਾਂ ਤਾਂ ਤੁਸੀਂ ਕੋਈ ਐਗਜ਼ਾਮਪਲ ਚੰਗੀ ਸੈੱਟ ਕੀਤੀ ਹੈ, ਕਿਸਾਨਾਂ ਸਾਹਮਣੇ ਰੱਖ ਦਿਓ ਵੀ ਫਲਾਨੀ ਸਟੇਟ ਵਿੱਚ ਇਹ ਕਾਨੂੰਨ ਲਾਗੂ ਹੋਏ, ਉੱਥੇ ਖੁਸ਼ਹਾਲੀ ਹੈ। ਜਿੱਥੇ ਜਿੱਥੇ ਲਾਗੂ ਹੋਏ ਉੱਥੇ ਲੋਕ ਉਜੜੇ ਨੇ। ਹੁਣ ਇਹ ਪੰਜਾਬ ਨੂੰ ਉਜਾੜਨਾ ਚਾਹੁੰਦੇ ਨੇ। ਇਹ ਜਿਹੜੇ ਸੁਖੀ ਸਾਂਦੀ ਕਿਸਾਨ ਵੱਸਦੇ ਨੇ, ਇਹਨਾਂ ਦੀਆਂ ਜਾਇਦਾਦਾਂ ਕਾਨੂੰਨਾਂ ਦੇ ਰਾਹੀਂ ਲੁੱਟ ਖਸੁੱਟ ਕਰਕੇ ਹੁਕਮਰਾਨਾਂ ਨੂੰ, ਪੂੰਜੀਪਤੀਆਂ ਨੂੰ ਦੇਣਾ ਚਾਹੁੰਦੇ ਨੇ, ਜੋ ਪੰਜਾਬ ਦਾ ਕਿਸਾਨ ਹੋਣ ਨਹੀਂ ਦੇਵੇਗਾ, ਕਿਉਂਕਿ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਹੈ। ਕਿਤੇ ਵੀ ਤੁਸੀਂ ਵਿਦਵਾਨ ਪੁਰਸ਼ਾਂ ਦੀਆਂ ਲਿਖਤਾਂ ਪੜ੍ਹੋ, ਪੁਰਾਣੇ ਸਮੇਂ ਤੋਂ ਹੀ ਜ਼ੁਲਮ ਦਾ ਟਾਕਰਾ ਪੰਜਾਬ ਨੇ ਕੀਤਾ ਹੈ, ਗੁਰੂ ਕਿਆਂ ਸਿੱਖਾਂ ਨੇ ਕੀਤਾ ਹੈ। ਹੁਣ ਵੀ ਇਹ ਕਾਨੂੰਨ ਭਾਰਤ ਵਿੱਚ ਲਾਗੂ ਸਨ। ਆਵਾਜ਼ ਬੁਲੰਦ ਕੀਤੀ ਸਿੱਖਾਂ ਨੇ। ਗੁੰਗੀ ਬੋਲੀ ਸਰਕਾਰ ਦਿੱਲੀ ਦੀ ਸੁਣ ਨਹੀਂ ਸੀ ਰਹੀ, ਦਿੱਲੀ ਪਹੁੰਚ ਗਏ। 25 ਨਵੰਬਰ ਤੋਂ ਹੀ 2020 ਤੋਂ ਇਹ ਚੱਲੇ ਸਨ, 26 ਨੂੰ ਉੱਥੇ ਮੋਰਚਾ ਲੱਗ ਗਿਆ। ਹੁਣ ਨਾਲ ਚਾਹੇ ਉਹ ਬਿਹਾਰ ਦੇ ਲੋਕ ਨੇ, ਉੱਤਰ ਪ੍ਰਦੇਸ਼ ਦੇ ਨੇ, ਹਰਿਆਣੇ ਦੇ ਨੇ, ਮੱਧ ਪ੍ਰਦੇਸ਼ ਦੇ ਨੇ, ਰਾਜਸਥਾਨ ਦੇ ਨੇ, ਹਿੰਦੂ ਨੇ, ਮੁਸਲਮਾਨ ਨੇ, ਈਸਾਈ ਨੇ, ਇਹ ਸਾਂਝੇ ਤੌਰ ਤੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਔਰ ਭਾਰਤ ਦੀ ਗੁੰਗੀ ਬੋਲੀ ਸਰਕਾਰ ਨੂੰ ਹਲੂਣਾ ਦੇਣ ਦੇ ਲਈ ਯਤਨਸ਼ੀਲ ਨੇ। ਤੁਸੀਂ ਜਿੰਨੇ ਵੀ ਮੀਡੀਆ ਵਾਲੇ ਵੀਰ ਹੋ, ਸੋਸ਼ਲ ਮੀਡੀਆ ਤੇ ਇਹ ਖਬਰਾਂ ਆ ਹੀ ਰਹੀਆਂ ਨੇ। ਹਜੇ ਕਿ ਨੈਸ਼ਨਲ ਮੀਡੀਆ ਉਹ ਸਰਕਾਰ ਦੇ ਪ੍ਰਤੀ ਵਫਾ ਕਮਾ ਰਿਹਾ ਹੈ। ਉਹਨਾਂ ਦੀ ਕੋਈ ਕਮਜ਼ੋਰੀ ਹੈ ਜਾਂ ਸਰਕਾਰ ਨੇ ਪੈਸਾ ਹੀ ਇੰਨਾ ਦਿੱਤਾ ਹੈ ਉਹਨਾਂ ਨੂੰ, ਉਹ ਕਿਸਾਨਾਂ ਦੀ ਆਵਾਜ਼ ਸੱਚੀ ਸੁੱਚੀ ਜਿਹੜੀ ਹੈ ਬੁਲੰਦ ਨਹੀਂ ਕਰ ਰਹੇ। ਪਰ ਇਹ ਸੋਚਣ ਦੀ ਲੋੜ ਹੈ ਸਾਰਿਆਂ ਨੂੰ ਵੀ ਡੈਮੋਕ੍ਰੇਸੀ ਵਿੱਚ, ਲੋਕਤੰਤਰ ਵਿੱਚ ਲੋਕਾਂ ਦੀ ਸਰਕਾਰ ਹੁੰਦੀ ਹੈ। ਜੇ ਲੋਕਾਂ ਦੇ ਅਕੋਰਡਿੰਗ ਨਹੀਂ ਚੱਲੋਗੇ, ਤਖਤਾ ਮੂਦਾ ਹੋਇਆ ਹੀ ਹੁੰਦਾ ਸਮਾਂ। ਭਾਈ ਸਾਹਿਬ, ਆਖਰੀ ਸਵਾਲ, ਅੱਜ ਤਖਤ ਸ੍ਰੀ ਪਟਨਾ ਸਾਹਿਬ ਤੋਂ ਅਰਦਾਸ ਵੀ ਕੀਤੀ ਗਈ ਕਿਸਾਨਾਂ ਦੇ ਹੱਕ ਦੇ ਵਿੱਚ। ਇਸ ਦੇ ਨਾਲ ਇੱਥੇ ਗੱਲ ਵੀ ਚੱਲ ਰਹੀ ਹੈ, ਬਾਕੀ ਤਖਤਾਂ ਤੋਂ ਵੀ ਆਵਾਜ਼ ਉੱਠਣੀ ਚਾਹੀਦੀ ਹੈ। ਦੇਖੋ ਜੀ, ਸਾਰੇ ਤਖਤਾਂ ਤੇ ਹੀ ਅਰਦਾਸ ਹੋ ਰਹੀ ਹੈ। ਜਿਹੜੇ ਕਿਸਾਨ ਦਿੱਲੀ ਵਿੱਚ ਜਾ ਕੇ ਬੈਠੇ ਨੇ ਉਹ ਵੀ ਆਪੋ ਆਪਣੇ ਤੌਰ ਤੇ ਅਕਾਲ ਤਖਤ ਸਾਹਿਬ ਨਤਮਸਤਕ ਹੋ ਕੇ ਅਰਦਾਸ ਕਰਕੇ ਹੀ ਉੱਥੋਂ ਤੁਰੇ ਸਨ। ਔਰ ਸਿੱਖ ਜਗਤ ਦਾ ਸਭ ਤੋਂ ਮਹਾਨ ਸਥਾਨ ਸ਼੍ਰੀ ਹਰਿਮੰਦਰ ਸਾਹਿਬ, ਉੱਥੋਂ ਵੀ ਪਹਿਲੀ ਵਾਰ ਹੀ ਤੁਸੀਂ ਸੁਣਿਆ ਹੋਵੇਗਾ ਵੀ ਕਿਸੇ ਦੁਨਿਆਵੀ ਪੱਖ ਤੋਂ ਕਿਸੇ ਦੀ ਅਰਦਾਸ ਹੋਈ ਹੋਵੇ, ਕਿਸਾਨਾਂ ਦੀ ਅਰਦਾਸ ਉੱਥੋਂ ਕੀਤੀ ਗਈ ਹੈ। ਨਹੀਂ ਤੇ ਉੱਥੇ ਅਧਿਆਤਮਿਕਤਾ ਦੀ ਅਰਦਾਸ ਹੁੰਦੀ ਹੈ, ਦੁਨਿਆਵੀ ਪੱਖ ਦੀ ਨਹੀਂ ਅਰਦਾਸ ਹੁੰਦੀ। ਸੋ ਇਹ ਜਿਹੜਾ ਹਾ ਦੀ ਆਵਾਜ਼ ਹੈ, ਹਾ ਦਾ ਨਾਰਾ ਹੈ, ਇਹ ਗੁਰਧਾਮਾਂ ਤੋਂ ਤੇ ਲੱਗ ਹੀ ਰਿਹਾ ਹੈ। ਔਰ ਤਖਤਾਂ ਤੋਂ ਸ਼ਕਤੀ ਲੈ ਕੇ, ਸਿਜਦੇ ਕਰਕੇ ਕਿਸਾਨ ਉੱਥੇ ਪਹੁੰਚ ਰਹੇ ਨੇ। ਮਹਾਰਾਜ ਕਿਰਪਾ ਕਰਨ, ਕਿਸਾਨਾਂ ਦੀ ਜਿੱਤ ਹੋਵੇ ਤੇ ਜਿਹੜੇ ਹੁਕਮਰਾਨ ਗੁੰਗੇ ਬੋਲੇ ਨੇ ਤਖਤ ਦੇ ਨਸ਼ੇ ਵਿੱਚ, ਇਹਨਾਂ ਨੂੰ ਸੋਝੀ ਆਵੇ, ਇਹਨਾਂ ਨੂੰ ਅਕਲ ਆਵੇ ਹਲੇਮੀ ਰਾਜ ਕਰਨ ਦੀ। ਹਾਂਜੀ, ਧੰਨਵਾਦ ਭਾਈ ਸਾਹਿਬ। ਇਹ ਸਨ ਭਾਈ ਬੰਤਾ ਸਿੰਘ ਜੋ ਕਿ ਉੱਘੇ ਪ੍ਰਚਾਰਕ ਨੇ। ਇਹਨਾਂ ਦੇ ਵੱਲੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਸਥਾਨ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਜਗਬਾਣੀ ਦੀ ਟੀਮ ਨਾਲ ਗੱਲਬਾਤ ਕੀਤੀ ਹੈ। ਇਹਨਾਂ ਨੇ ਗੱਲਬਾਤ ਕਰਦਿਆਂ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਨਾਅਰਾ ਮਾਰਿਆ ਹੈ। ਜ਼ਿਕਰ ਕਰਨਾ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਭਾਵੇਂ ਇਸ ਧਰਤੀ ਤੇ ਮਨਾਇਆ ਜਾ ਰਿਹਾ, ਪਰ ਇੱਥੋਂ ਨਾਲ ਜਿੰਨੀਆਂ ਵੀ ਸੰਗਤਾਂ ਪਹੁੰਚ ਰਹੀਆਂ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਅਰਦਾਸ ਜ਼ਰੂਰ ਕਰ ਰਹੀਆਂ ਨੇ। ਕੈਮਰਾਮੈਨ ਸਤਨਾਮ ਦੇ ਨਾਲ ਰਣਦੀਪ ਸਿੰਘ, ਜਗਬਾਣੀ ਟੀਵੀ, ਸ੍ਰੀ ਪਟਨਾ ਸਾਹਿਬ।